ਆਪਾਂ ਕੈਨੇਡਾ ਦੀ ਗੱਲ ਕਰੀਏ, USA ਦੀ ਕਰੀਏ ਜਾਂ ਯੂਰਪ, UK, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਕੰਟਰੀਜ਼ ਵਿੱਚ ਜਦੋਂ ਆਪਾਂ ਜਾਣ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਥੋੜ੍ਹੀ ਜਿਹੀ ਟਰੈਵਲ ਹਿਸਟਰੀ ਇੱਕ ਪਾਰਟ ਪਲੇ ਕਰਦੀ ਹੈ। ਜਦੋਂ ਅਸੀਂ ਟੂਰਿਸਟ ਵੀਜ਼ੇ ਲਈ ਜਾਣਾ ਹੈ ਉਦੋਂ ਸਾਡੀ ਟਰੈਵਲ ਹਿਸਟਰੀ ਉਹਦੇ ਵਿੱਚ ਥੋੜ੍ਹੀ ਬਹੁਤੀ ਹੋਣੀ ਚਾਹੀਦੀ ਹੈ। ਪਹਿਲੀ ਚੀਜ਼ ਇਨਕਮ ਕਿੰਨੀ ਹੈ, ਦੂਜੀ ਚੀਜ਼ ਉਹ ਕਰਦਾ ਕੀ ਹੈ, ਤੀਜੀ ਚੀਜ਼ ਉਹਦੇ ਖਾਤੇ ਦੇ ਵਿੱਚ ਕਿੰਨੇ ਪੈਸੇ ਬੈਲੈਂਸ ਹੈ। ਆਮ ਤੌਰ 'ਤੇ ਉਹ ਬੈਲੈਂਸ ਥੋੜ੍ਹਾ ਜਿਹਾ ਪੁਰਾਣਾ ਹੋਣਾ ਚਾਹੀਦਾ ਹੈ, 6-6 ਮਹੀਨੇ ਪੁਰਾਣਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ। ਚੌਥੀ ਚੀਜ਼ ਤੁਹਾਡੇ ਜਾਣ ਦਾ ਕਾਰਨ ਕੀ ਹੈ। ਕਾਰਨ ਦੇ ਵਿੱਚ ਦੋ ਚੀਜ਼ਾਂ ਹੋ ਸਕਦੀਆਂ, ਜਾਂ ਤਾਂ ਤੁਸੀਂ ਉੱਥੇ ਕਿਸੇ ਨੂੰ ਮਿਲਣ ਜਾਣਾ, ਉਹਨੂੰ ਅਸੀਂ ਕਹਾਂਗੇ ਵਿਜ਼ਟਰ ਵੀਜ਼ਾ, ਜਾਂ ਆਪਾਂ ਘੁੰਮਣ ਜਾਣਾ, ਅਸੀਂ ਕਹਾਂਗੇ ਟੂਰਿਸਟ ਵੀਜ਼ਾ। ਸਾਵਧਾਨ ਵੀ ਰਿਹਾ ਕਰੋ, ਇਹਨਾਂ ਵੱਲੋਂ ਸਾਫ਼ ਸੁਥਰੀ ਜੀ ਗੱਲ ਹੈ ਵੀ ਜਦੋਂ ਤੁਸੀਂ ਫਾਈਲ ਲੈ ਕੇ ਆਉਂਦੇ ਆ, ਜੇ ਤੁਹਾਡਾ ਵੀਜ਼ਾ ਲੱਗਣ ਦਾ ਚਾਂਸ ਘੱਟ ਆ ਤੇ ਦੱਸ ਦਿੰਦੇ ਆ ਵੀ ਹਜੇ ਤੁਸੀਂ ਅਪਲਾਈ ਨਾ ਕਰੋ, ਤੁਸੀਂ ਜਿਹੜੇ ਡਾਕੂਮੈਂਟ ਨਹੀਂ ਹੈਗੇ ਨੂੰ ਪੂਰੇ ਕਰ ਲਓ। ਜਿਹੜਾ ਬੱਚਾ ਉੱਥੇ ਪੱਕਾ ਹੈ, ਕੋਈ ਵੀ ਬੰਦਾ ਜਿਹੜਾ ਉੱਥੇ ਪੱਕਾ ਹੈ, ਜਿਹਦੇ ਕੋਲ PR ਹੈ, ਉਹ ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ੇ ਤੇ ਬੁਲਾ ਸਕਦਾ ਹੈ। ਸੁਪਰ ਵੀਜ਼ੇ ਦੇ ਵਿੱਚ ਕੋਈ ਵੀ ਬੰਦਾ ਇੱਥੋਂ ਜਾਂਦਾ ਉਹ ਲਗਾਤਾਰ 2 ਸਾਲ ਰਹਿ ਸਕਦਾ ਹੈ। USA ਦਾ ਵਿਜ਼ਟਰ ਵੀਜ਼ੇ ਦਾ ਪ੍ਰੋਸੈਸ ਬਿਲਕੁਲ ਡਿਫਰੈਂਟ ਪ੍ਰੋਸੀਜਰ ਹੁੰਦਾ ਹੈ, ਕੈਨੇਡਾ ਵਾਂਗੂ ਨਹੀਂ ਹੁੰਦਾ। ਉੱਥੇ ਫਾਈਲ ਨਹੀਂ ਜਾਂਦੀ, ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਹੁੰਦਾ ਕਿ ਅਸੀਂ ਐਪਲੀਕੇਸ਼ਨ ਭਰਨੀ ਹੈ। ਆਸਟ੍ਰੇਲੀਆ ਦੇ ਵਿੱਚ ਵੀ ਸਟੱਡੀ ਵੀਜ਼ਾ ਪਹਿਲਾਂ ਲੱਗੇ ਸੀ, ਉੱਥੇ ਵੀ ਬਹੁਤ ਸਾਰੇ ਬੱਚੇ ਗਏ ਹੈਗੇ ਆ, ਸਟੂਡੈਂਟ ਵੀਜ਼ਾ ਉੱਥੇ ਲਗਾਏ ਗਏ ਸੀਗੇ। ਉਹ ਵੀ ਜੇ ਚਾਹੁਣ ਵੀ ਆਪਣੇ ਪੇਰੈਂਟਸ ਨੂੰ, ਆਪਣੇ ਭੈਣ ਭਰਾ ਨੂੰ ਜਾਂ ਆਪਣੇ ਗ੍ਰੈਂਡਫਾਦਰ ਨੂੰ ਮੰਗਵਾਉਣਾ ਚਾਹੁੰਦੇ ਆ ਤਾਂ ਆਸਟ੍ਰੇਲੀਆ ਦਾ ਕੀ ਪ੍ਰੋਸੈਸ ਹੈਗਾ। ਲੋਕਾਂ 'ਚ ਕਨਫਿਊਜ਼ਨ ਹੁੰਦੀ ਹੈ, ਮੈਨੂੰ ਬੜਾ ਕਲੀਅਰ ਕਰਨਾ ਚਾਹੁੰਦਾ। ਇੱਕ ਬੰਦਾ ਕਾਰੋਬਾਰ ਕਰਦਾ, ਕਮਾਈ ਕਰਦਾ, ਕਿਤੇ ਨੌਕਰੀ ਕਰਦਾ ਜਾਂ ਖੇਤੀ ਕਰਦਾ। ਮੰਨ ਲਓ ਜੇ ਕੋਈ ਖੇਤੀ ਕਰਦਾ ਹੈ, ਉਹ ਆਪਣੀ ਖੇਤੀ ਦੀ ਫਸਲ ਵੇਚਦਾ, ਸਾਲ ਦੀ ਉਹਦੀ ਫਸਲ 10 ਲੱਖ ਦੀ ਵਿਕਦੀ ਹੈ, 2-3 ਲੱਖ ਦਾ ਖਰਚਾ ਕੱਢ ਕੇ ਉਹਨੂੰ 7 ਲੱਖ ਬਚਦਾ ਹੈ, ਇਹਨੂੰ ਆਪਾਂ ਇਨਕਮ ਕਹਾਂਗੇ। UK ਦਾ ਵੀਜ਼ਾ ਲਗਾਉਣ ਲੱਗਿਆ ਵੀ ਡਾਕੂਮੈਂਟੇਸ਼ਨ ਦੀ ਲੋੜ ਹੁੰਦੀ ਹੈ, ਉੱਥੋਂ ਸਪਾਂਸਰਸ਼ਿਪ ਮੰਗਾਈ ਜਾਂਦੀ ਹੈ। ਸਪਾਂਸਰਸ਼ਿਪ ਮੰਗਾਉਣ ਤੋਂ ਬਾਅਦ ਇੱਥੇ ਉਹੀ 3 ਕਿਸਮ ਦੇ ਜਿਹੜੇ ਕਾਗਜ਼ ਹੈਗੇ ਨੇ ਉਹ ਨਾਲ ਲੱਗ ਕੇ ਬੱਚੇ ਦਾ ਵੀਜ਼ਾ ਜਾਂ ਕੈਂਡੀਡੇਟ ਦਾ ਵੀਜ਼ਾ ਅਪਲਾਈ ਕੀਤਾ ਜਾਂਦਾ ਔਰ ਬਿਲਕੁਲ ਵੀਜ਼ੇ ਲੱਗਦੇ ਨੇ। ਹਾਂ, ਯੂਰਪ ਲਈ ਥੋੜ੍ਹੀ ਜਿਹੀ ਐਡੀਸ਼ਨਲ ਰਿਕੁਆਇਰਮੈਂਟਸ ਹੈ, ਕਿਉਂਕਿ ਆਮ ਤੌਰ 'ਤੇ ਲੋਕਾਂ ਦੇ ਯੂਰਪ ਦੇ ਰਿਸ਼ਤੇਦਾਰ ਘੱਟ ਹੁੰਦੇ ਨੇ, ਘੁੰਮਣ ਫਿਰਨ ਵਾਲੇ ਜ਼ਿਆਦਾ ਹੁੰਦੇ ਨੇ। ਜਿੱਦਾਂ ਕੋਈ ਬੰਦਾ ਕਿਸੇ ਤੁਸੀਂ ਏਜੰਟ ਕੋਲ ਜਾਂਦੇ ਹੋ ਤੇ ਇਹ ਦੇਖੋ ਵੀ ਜੇ ਤੁਹਾਡਾ ਕੋਈ ਜਾਣਕਾਰ ਉਸ ਏਜੰਟ ਦੇ ਗਿਆ ਦਾ, ਤੁਸੀਂ ਉਹਦੇ ਕੋਲੋਂ ਪੁੱਛ ਲਓ ਵੀ ਇਹਨਾਂ ਦੀ ਡੀਲਿੰਗ ਕਿੱਦਾਂ ਦੀ ਹੈ। ਉਹ ਜ਼ਿਆਦਾ ਵਧੀਆ ਤਰੀਕਾ ਹੁੰਦਾ ਬਜਾਏ ਮਸ਼ਹੂਰੀਆਂ ਦੇਖ ਕੇ ਭੱਜਣ ਨਾਲੋਂ। ਰੈਫਰੈਂਸ ਮੈਂ ਸਮਝਦਾ ਜ਼ਿਆਦਾ ਜ਼ਰੂਰੀ ਹੈ। ਸਲੋ ਜੀ, ਹੁਣ ਅਸੀਂ ਪਹੁੰਚ ਚੁੱਕੇ ਹਾਂ ਗੇਟਵੇ ਗਲੋਬਲ ਲੁਧਿਆਣਾ ਦੇ ਵਿੱਚ। ਅਸੀਂ ਲਾਸਟ ਟਾਈਮ ਵੀ ਇੱਕ ਇੱਥੋਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਜਿਹਦੇ ਵਿੱਚ ਅਸੀਂ ਦੱਸਿਆ ਸੀਗਾ ਵੀ ਇੱਥੇ ਸਟੱਡੀ ਵੀਜ਼ਾ ਬਾਰੇ, ਓਪਨ ਵਰਕ ਪਰਮਿਟ ਵੀਜ਼ਾ ਬਾਰੇ ਦੱਸਿਆ ਸੀ, ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੀ ਸਹੂਲਤ ਵੀ ਮਿਲੀ ਆ। ਬਹੁਤ ਸਾਰੇ ਲੋਕਾਂ ਨੇ ਇੱਥੇ ਫੋਨ ਕਾਲਸ ਕੀਤੀਆਂ ਤੇ ਜਿਹੜੇ ਬੱਚਿਆਂ ਨੇ ਸਟੱਡੀ ਵੀਜ਼ਾ ਅਪਲਾਈ ਕਰਨਾ ਸੀ ਉਹਨਾਂ ਨੂੰ ਮੁੱਖ ਸਹੂਲਤਾਂ ਇੱਥੋਂ ਮਿਲੀਆਂ ਹੈਗੀਆਂ। ਤੇ ਹੁਣ ਸਾਨੂੰ ਬਹੁਤ ਸਾਰੀ ਡਿਮਾਂਡ ਇਹ ਆ ਰਹੀ ਸੀ ਵੀ ਸਾਨੂੰ ਜਿਹੜਾ ਵਿਜ਼ਟਰ ਵੀਜ਼ਾ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਚਾਹੇ ਕੈਨੇਡਾ ਦੀ ਗੱਲ ਕਰ ਲਓ, ਚਾਹੇ USA, UK, ਆਸਟ੍ਰੇਲੀਆ ਜਾਂ ਯੂਰਪ। ਅਸੀਂ ਅੱਜ ਹਰ ਇੱਕ ਕੰਟਰੀ ਤੁਹਾਨੂੰ ਵਿਜ਼ਟਰ ਵੀਜ਼ਾ ਦੀ ਜਾਣਕਾਰੀ ਦੇਣੀ ਹੈਗੀ ਆ, ਸੁਪਰ ਵੀਜ਼ਾ ਦੀ ਜਾਣਕਾਰੀ ਦੇਣੀ ਆ, ਤੇ ਨਾਲ ਦੀ ਨਾਲ ਓਪਨ ਵਰਕ ਪਰਮਿਟ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ। ਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਗੇਟਵੇ ਗਲੋਬਲ ਦੇ ਮੈਨੇਜਿੰਗ ਡਾਇਰੈਕਟਰ ਬਰਿੰਦਰ ਸੋਈ ਜੀ ਨਾਲ। ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਲਾਸਟ ਟਾਈਮ ਵੀ ਟਾਈਮ ਤਾਂ ਦਿੱਤਾ ਸੀ, ਜਿਹੜੀ ਤੁਸੀਂ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਤੇ ਤੁਸੀਂ ਉਹਨਾਂ ਨੂੰ ਫੈਸਿਲਿਟੀਜ਼ ਵੀ ਦੇ ਰਹੇ ਹੋ, ਜਿਹੜੇ ਲੋਕ ਤੁਹਾਡੇ ਕੋਲ ਇੱਥੇ ਮਿਲ ਰਹੇ ਆ, ਤੁਸੀਂ ਸਾਰੀ ਜਾਣਕਾਰੀ ਦਿੱਤੀ। ਸੋ ਅੱਜ ਅਸੀਂ ਚਾਹੁੰਦੇ ਸੀ ਵੀ ਵਿਜ਼ਟਰ ਵੀਜ਼ਾ ਬਾਰੇ ਵੀ ਸਾਨੂੰ ਥੋੜ੍ਹੀ ਜਾਣਕਾਰੀ ਦੇ ਦਿਓ। ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ, ਹੁਕਮ ਕਰੋ। ਮੈਂ ਇਹ ਚਾਹੁੰਦਾ ਵੀ ਜਿਹੜੇ ਬੱਚੇ ਉੱਥੇ ਗਏ ਹੈਗੇ ਆ, ਸਟੱਡੀ ਵੀਜ਼ਾ ਤੇ ਗਏ ਆ, ਉਹ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਆ, ਜਾਂ ਜਿਨ੍ਹਾਂ ਦੇ ਰਿਸ਼ਤੇਦਾਰਾਂ ਦੇ ਵਿਆਹ ਸ਼ਾਦੀਆਂ ਹੈਗੇ ਆ, ਜਾਂ ਕਿਸੇ ਨੇ ਘੁੰਮਣ ਜਾਣਾ ਹੈਗਾ। ਪਹਿਲਾਂ ਅਸੀਂ ਗੱਲ ਕਰਾਂਗੇ ਕੈਨੇਡਾ ਦੀ। ਵਿਜ਼ਟਰ ਵੀਜ਼ਾ ਦੇ ਲਈ ਕੀ ਐਲੀਜੀਬਲ ਹੋਣਾ ਚਾਹੀਦਾ ਬੰਦੇ ਨੂੰ? ਕੋਈ ਵੀ ਬੰਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ, ਕੈਨੇਡਾ ਜਾਂ ਕਿਸੇ ਵੀ ਕੰਟਰੀ ਦਾ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦਾ ਹੈ, ਮਗਰ ਇਹ ਗੱਲ ਦਾ ਥੋੜ੍ਹਾ ਜਿਹਾ ਫਰਕ ਹੁੰਦਾ ਹੈ ਵੀ ਉਹਨੂੰ ਵੀਜ਼ਾ ਕਿਹੜੇ ਕਾਰਨਾਂ 'ਤੇ ਮਿਲਦਾ ਹੈ। ਜਦੋਂ ਆਪਾਂ ਕਿਸੇ ਵੀ ਕੰਟਰੀ ਦਾ ਵੀਜ਼ਾ ਅਪਲਾਈ ਕਰਦੇ ਹਾਂ, ਉਹਦੇ 'ਚ 3-4 ਚੀਜ਼ਾਂ ਬੜੀਆਂ ਸਾਫ਼ ਹੁੰਦੀਆਂ। ਪਹਿਲੀ ਚੀਜ਼ ਹੈ ਵੀ ਉਸ ਬੰਦੇ ਦੀ ਇੱਥੇ ਕਮਾਈ ਕਿੰਨੀ ਹੈ, ਉਹਦੀ ਕਮਾਈ ਦੇ ਵੈਲਿਡ ਪੇਪਰ ਹੋਣੇ ਚਾਹੀਦੇ ਨੇ। ਜਿੱਦਾਂ ਮੰਨ ਲਓ ਬਈ ਇੱਕ ਬਿਜ਼ਨਸਮੈਨ ਹੈ, ਉਹਦੀ ਇਨਕਮ ਟੈਕਸ ਦੀ ਰਿਟਰਨ ਹੋਣੀ ਚਾਹੀਦੀ ਹੈ। ਜੇ ਉਹ ਫਾਰਮਰ ਹੈ, ਪਹਿਲੀ ਗੱਲ ਤਾਂ ਉਹਨੇ ਇਨਕਮ ਟੈਕਸ ਦੀ ਰਿਟਰਨ ਭਰੀ ਹੋਵੇ। ਜੇ ਉਹਨੇ ਇਨਕਮ ਟੈਕਸ ਦੀ ਰਿਟਰਨ ਨਹੀਂ ਭਰੀ ਤਾਂ ਉਹ ਇਨਕਮ ਸਰਟੀਫਿਕੇਟ ਬਣਵਾਏਗਾ ਤਹਿਸੀਲਦਾਰ ਤੋਂ। ਕਈ ਵਾਰੀ ਡੈਰੀ ਫਾਰਮਰ ਹੁੰਦੇ ਨੇ, ਉਹ ਜਿਹੜਾ ਉੱਥੋਂ ਦੇ ਵੈਟਰਨਰੀ ਡਾਕਟਰ ਦਾ ਸਰਟੀਫਿਕੇਟ ਬਣਾਉਂਦੇ ਨੇ। ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿਸੇ ਬੰਦੇ ਦੀ ਇਨਕਮ ਪ੍ਰੂਫ ਕਰਦੇ ਆ, ਜਿੱਥੋਂ ਇਹ ਪਤਾ ਚੱਲਦਾ ਕਿ ਇਹਦੀ, ਜਾਂ ਕੋਈ ਬੰਦਾ ਨੌਕਰੀ ਕਰਦਾ ਤਾਂ ਉਹਦਾ ਐਮਪਲੋਇਰ ਉਹਦਾ ਫਾਰਮ 16 ਭਰਦਾ। ਇਹ ਸਾਰੇ ਕਾਗਜ਼ ਇਨਕਮ ਦੇ ਵਿੱਚ ਆਉਂਦੇ ਨੇ। ਦੂਸਰੀ ਚੀਜ਼ ਹੈ ਵੀ ਉਹ ਕਰਦਾ ਕੀ ਹੈ। ਕਰਦੇ ਦੇ ਵਿੱਚ ਜਿੱਦਾਂ
कोई भी बिजनेसमैन है तो वो अपना GST का नंबर दे देगा, जे कोई नौकरी करता है तो अपनी एम्पलॉयमेंट की लैटर दे देगा, या जे कोई खेतीबाड़ी करता वो अपने जे फार्म ते नाल फर्द वगैरह जमीन के पेपर कढ़ा के देगा। तो ये सारिया चीज़ां जिथे ऑक्यूपेशन साबित होंदा है। पहली चीज़ होगी इनकम का दिखाना, दूजी चीज़ होगी उहदा ऑक्यूपेशन दिखाना, तीसरी चीज़ होगी उहदे कोल किन्ने पैसे हैगे ने बाहर घूमन फिरन जान लई। ਇਹਦੇ 'ਚ आम तौर पर मैं देखा लोगों 'ਚ कन्फ्यूजन होंदी है। मैं बड़ा क्लीयर करना चाहना, एक बंदा कारोबार करता है, कमाई करता है, किते नौकरी करता है या खेती करता है। मान लो जो कोई खेती करता है वो अपनी खेती की फसल बेचता है, साल की उसकी फसल 10 लाख की विकती है, 2-3 लाख का खर्चा कढ़ के उन्होंने 7 लाख बचता है, इनू आपां इनकम कहांगे। उस तो बाद वो खेती करता है, उन्होंने आपां कारोबार कहांगे। और उस तो बाद ਉਹਦੇ ਬੈਂਕ ਦੇ ਵਿੱਚ 4 ਲੱਖ 5 ਲੱਖ 6 ਲੱਖ 7 ਲੱਖ ਦਾ ਡਿਪੋਜ਼ਿਟ ਹੈ, ਉਹ ਇੱਕ ਅਲੱਗ ਚੀਜ਼ ਹੈ, ਉਹ ਡਿਪੋਜ਼ਿਟ ਅਲੱਗ ਮੰਨਿਆ ਜਾਂਦਾ। ਤਿੰਨੋਂ ਚੀਜ਼ਾਂ ਅਲੱਗ-ਅਲੱਗ ਹੋ ਗਈਆਂ। ਹੁਣ ਜਿਹੜਾ ਡਿਪੋਜ਼ਿਟ ਹੈ ਉਹ ਵੀ ਬੈਂਕ ਦੇ ਵਿੱਚ ਹੋਣਾ ਜ਼ਰੂਰੀ ਹੈ। ਤੀਸਰੀ ਚੀਜ਼ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਕਿਉਂਕਿ ਕੋਈ ਵੀ ਬੰਦਾ ਜਾਣ ਲੱਗਿਆ ਫਿਰ ਉਹ ਮੈਂ ਦੁਬਾਰਾ ਰਿਪੀਟ ਕਰਾਂਗਾ, ਉਹਦੀ ਪਹਿਲੀ ਚੀਜ਼ ਇਨਕਮ ਕਿੰਨੀ ਹੈ, ਦੂਜੀ ਚੀਜ਼ ਉਹ ਕਰਦਾ ਕੀ ਹੈ, ਤੀਜੀ ਚੀਜ਼ ਉਹਦੇ ਖਾਤੇ ਦੇ ਵਿੱਚ ਕਿੰਨੇ ਪੈਸੇ ਬੈਲੈਂਸ ਹੈ। आम तौर पर वह बैलेंस थोड़ा जिहा पुराना होना चाहिए, 6-6 महीने पुराना हो तो बहुत चंगी गल है। कई बार ताज़े पैसे पाए, हुण अंबैसी का वीज़ा अफसर भी हसदा है भी वीज़ा खरीदण लई इन्ने पैसे पाए ने, इस करके पुराने पैसे रखो तो उस तो बाद फिर वीज़ा अपलाई करो। चौथी चीज़ तुहाडे जाण दा कारण की है। कारण दे विच दो चीज़ां हो सकदियां, या तो तुसीं उत्थे किसी नूं मिलन जाना, उहनूं असीं कहांगे विजिटर वीज़ा, या आपां घुम्मण जाना असीं कहांगे टूरिस्ट वीज़ा। ਜਦੋਂ ਆਪਾਂ ਕਿਸੇ ਨੂੰ ਮਿਲਣ ਜਾਣਾ ਤਾਂ ਅਸੀਂ ਉੱਥੋਂ ਸਪਾਂਸਰਸ਼ਿਪ ਜਾਂ ਇਨਵੀਟੇਸ਼ਨ ਲੈਟਰ ਮੰਗਾਉਂਦੇ ਹਾਂ। ਔਰ ਜਦੋਂ ਅਸੀਂ ਘੁੰਮਣ ਫਿਰਨ ਜਾਂਦੇ ਹਾਂ ਤਾਂ ਉਹਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਕਿ ਬੰਦੇ ਦੀ ਟਰੈਵਲ ਹਿਸਟਰੀ ਹੈਗੀ ਹੈ। ਮੈਂ ਤਾਂ ਇੱਕ ਬੰਦਾ ਆਇਆ ਚੱਲ ਕੇ, ਉਹ 2015 ਦੇ ਵਿੱਚ ਸਿੰਗਾਪੁਰ ਹਾਂਗਕਾਂਗ ਗਿਆ ਸੀ, ਜਾਂ 2016 ਦੇ ਵਿੱਚ ਦੁਬਈ ਗਿਆ ਸੀ, 2018 'ਚ ਉਹ ਇੰਡੋਨੇਸ਼ੀਆ ਗਿਆ ਸੀ। ਠੀਕ ਹੈ, ਇਹਨਾਂ ਕੰਟਰੀਜ਼ ਦੇ ਵੀਜ਼ੇ ਆਸਾਨ ਹੁੰਦੇ ਨੇ, ਬੱਚਾ ਆਸਾਨੀ ਨਾਲ ਕੋਈ ਵੀ ਬੰਦਾ ਲਗਵਾ ਕੇ ਇੱਥੇ ਜਾ ਸਕਦਾ। मगर उस तो बाद वो कंट्रीज़ लाइक जिदा आप कैनेडा की गल करिए, USA की करिए, या यूरोप UK कैनेडा न्यूजीलैंड आस्ट्रेलिया, इन्हां कंट्रीज़ जो आप जान की गल करिए तो वो थोड़ी जी ट्रैवल हिस्टरी एक पार्ट प्ले करती है। जो असी टूरिस्ट वीज़े लिए जाना है उदों साडी ट्रैवल हिस्टरी वो थोड़ी बहुती होनी चाहिए है। ਮੈਨੂੰ ਇਹ ਵੀ ਗੱਲ ਦੱਸੋ ਵੀ ਜਿਹੜੇ ਤਾਂ ਬਿਜ਼ਨਸਮੈਨ ਬੰਦੇ ਹੈਗੇ ਉਹ ਸ਼ੋਅ ਕਰ ਦਿਓ ਕਿ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਜਿਹੜੇ ਪੜ੍ਹਦੇ ਆ, ਜਿਹੜੇ ਜੌਬਸ ਤਾਂ ਨਹੀਂ ਕਰਦੇ, ਕਿ ਉਹ ਵੀ ਵੀਜ਼ਾ ਅਪਲਾਈ ਕਰ ਸਕਦੇ? ਨਹੀਂ ਤਾਂ ਹਜੇ ਤੱਕ ਤਾਂ ਪੰਜਾਬ ਦੇ ਲੋਕਾਂ 'ਚ ਇਹੀ ਧਾਰਨਾ ਵੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹੁੰਦੇ ਆ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ, ਉਹਨਾਂ ਨੂੰ ਕੀ ਕਰਨਾ ਪਊਗਾ? ਇਹ ਧਾਰਨਾ ਇੱਥੋਂ ਤੱਕ ਗਲਤ ਹੈ, ਲੇਕਿਨ ਹਾਂ ਪੇਰੈਂਟਸ ਦੇ ਨਾਲ ਇਕੱਠੇ ਲਗਾ ਕੇ ਜਵਾਨ ਬੱਚਿਆਂ ਦੇ ਵੀਜ਼ੇ ਲੱਗਦੇ ਨੇ, ਔਰ ਸਾਡੇ ਤੋਂ ਰੋਜ਼ ਲੱਗ ਕੇ ਆਉਂਦੇ ਨੇ ਆਲਮੋਸਟ। ਤੇ ਬਿਲਕੁਲ ਇਹ ਧਾਰਨਾ ਇੱਦਾਂ ਦੀ ਨਹੀਂ ਹੈ। ਹੁਣ ਕੈਨੇਡਾ ਦਾ ਇੱਕ ਕੇਸ ਹੈ, ਜਸਟ ਬਹੁਤ ਸਾਰੇ ਵੀਜ਼ਿਆਂ 'ਚੋਂ ਮੈਂ ਤੁਹਾਨੂੰ ਨਾਲ ਇੱਕ ਕੇਸ ਛੋਟਾ ਜਿਹਾ ਇਸ਼ੂ ਡਿਸਕਸ ਕਰ ਰਿਹਾ ਵੀ ਕੁੜੀ ਉੱਥੇ ਸਟੱਡੀ ਪਰਮਿਟ ਤੋਂ ਬਾਅਦ ਵਰਕ ਪਰਮਿਟ 'ਤੇ ਸੀਗੀ। ਉਹਨੇ ਇਨਵੀਟੇਸ਼ਨ ਭੇਜਿਆ ਆਪਣੇ ਦਾਦੇ ਨੂੰ ਜਿਹਦੀ ਉਮਰ 68 ਸਾਲ ਹੈ, ਔਰ ਨਾਲ ਭੇਜਿਆ ਆਪਣੇ ਭਰਾ ਦੀ ਜਿਹਦੀ ਉਮਰ ਹੈ 17 ਸਾਲ। ਦਾਦਾ ਜੀ ਇੱਥੇ ਇੱਕ ਸਰਕਾਰੀ ਡਿਪੂ ਹੋਲਡਰ ਹੈ, ਇਨਕਮ ਟੈਕਸ ਦੀ ਰਿਟਰਨ ਉਹਨਾਂ ਦੀ 2.5 ਲੱਖ, ਉਹਨਾਂ ਦੋਨਾਂ ਦੇ ਵੀਜ਼ੇ ਲੱਗ ਕੇ ਆਏ ਨੇ। ਆਹ ਵੀਜ਼ਾ ਹੈਗਾ ਹਰਸ਼ ਸ਼ਰਮਾ ਦਾ, ਤੇ ਆਹ ਵੀਜ਼ਾ ਹੈਗਾ ਉਹਦੇ ਦਾਦਾ ਜੀ ਅਯੋਧਿਆ ਸਾਗਰ ਦਾ। ਠੀਕ ਹੈ, ਇਹਦੇ ਵਿੱਚ ਤੁਸੀਂ ਕੀਤਾ ਕੀ ਹੈਗਾ? ਕਿਉਂਕਿ ਤੁਸੀਂ ਸਾਫ਼-ਸਾਫ਼ ਕਹਿ ਰਹੇ ਹੋ ਵੀ 2.5 ਲੱਖ ਦੀ ਸੀਗੀ ਸਿਰਫ ਇਨਕਮ ਸੀਗੀ, ਤੇ ਨਾਲ ਜਿਹੜੀ ਛੋਟੇ ਮੁੰਡੇ ਦੀ ਉਮਰ ਹੈਗੀ ਉਹ 17 ਸਾਲ ਹੈਗੀ। ਇਹ ਤਾਂ ਇੱਕ ਚੈਲੰਜ ਵਾਲਾ ਕੇਸ ਸੀਗਾ ਤੁਹਾਡੇ ਲਈ। ਇੱਕ ਪਾਸੇ ਤਾਂ ਆਪਾਂ ਚਾਹੁੰਦੇ ਵੀ 10-10 12-12 ਲੱਖ ਦੀਆਂ ਆਪਣੇ ਕੋਲ ਰਿਟਰਨਸ ਚਾਹੀਦੀਆਂ, ਫਿਰ ਆਪਾਂ ਕਹਿੰਦੇ ਵੀ ਸਾਨੂੰ 10-10 ਲੱਖ 8 ਲੱਖ ਰੁਪਈਆ ਖਾਤੇ ਦੇ ਵਿੱਚ ਵੀ ਚਾਹੀਦਾ, ਪਰ ਇਹ 2.5 ਲੱਖ ਦੀ ਸੀਗੀ। ਫਿਰ ਕਿੱਦਾਂ ਤੁਸੀਂ ਫਾਈਲ ਰੈਡੀ ਕੀਤੀ ਸਾਰੀ? ਇਹ ਜਿਹੜੇ ਸਾਡਾ ਕੰਮ ਹੈ, ਸਾਡਾ ਕੰਮ ਸਾਡੇ ਲਈ, ਸਾਡਾ ਕੰਮ ਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਸਾਡੀ ਫਾਈਲ ਸਹੀ ਬਣੀ ਹੋਣੀ ਚਾਹੀਦੀ ਹੈ। ਸਾਡੇ ਕੰਮ ਦੇ ਵਿੱਚ ਕਮੀ ਨਹੀਂ ਹੋਣੀ ਚਾਹੀਦੀ। ਗੇਟਵੇ ਗਲੋਬਲ ਦੇ ਵਿੱਚ ਅਸੀਂ 3 ਟੀਅਰ ਯਾਨੀ ਕਿ 3 ਥਾਵਾਂ 'ਤੇ ਚੈਕਿੰਗ ਪ੍ਰੋਸੈਸ ਰੱਖਿਆ। ਸਾਡਾ ਇੱਕ ਬੰਦਾ ਫਾਈਲ ਭਰਦਾ, ਉਸ ਤੋਂ ਬਾਅਦ ਉਹਨੂੰ 2 ਜਗ੍ਹਾ 'ਤੇ ਚੈੱਕ ਕੀਤਾ ਜਾਂਦਾ, ਔਰ ਫਾਈਨਲੀ ਜਦ ਤੱਕ ਮੇਰੇ ਸਾਈਨ ਖੁਦ ਦੇ ਉਹਦੇ 'ਤੇ ਨਹੀਂ ਹੁੰਦੇ ਅਸੀਂ ਕੇਸ ਨਹੀਂ ਚੜ੍ਹਾਉਂਦੇ। ਸਾਡੇ ਹੱਥ 'ਚ ਕੀ ਹੈ, ਅਸੀਂ ਪ੍ਰੋਪਰ ਡਾਕੂਮੈਂਟਸ ਲਈਏ ਔਰ ਪ੍ਰੋਪਰ ਫਾਈਲ ਬਣਾਈਏ ਤੇ ਅੰਬੈਸੀ ਨੂੰ ਸਬਮਿਟ ਕਰਾ ਦਈਏ। ਤੁਸੀਂ ਜਾਂ ਕੋਈ ਵੀ ਬੰਦਾ ਅਗਰ ਮੇਰੇ ਕੋਲ ਵੀਜ਼ਾ ਲਗਵਾਉਣ ਆਇਆ
ਤਾਂ ਮੇਰਾ ਫਰਜ਼ ਬਣਦਾ ਕਿ ਉਹਦੇ ਕੰਮ ਵਿੱਚ ਕਮੀ ਨਾ ਹੋਵੇ। ਵੀਜ਼ਾ ਤਾਂ ਐਮਬੈਸੀ ਨੇ ਦੇਣਾ, ਮੈਂ ਤਾਂ ਵੀਜ਼ਾ ਵੇਚਦਾ ਨਹੀਂ, ਠੀਕ ਹੈ ਨਾ। ਤਾਂ ਅਸੀਂ ਆਪਣੇ ਕੰਮ ਤੱਕ ਜ਼ਿੰਮੇਵਾਰ ਹਾਂ, ਸਾਡੇ ਕੰਮ ਵਿੱਚ ਕੋਈ ਕਮੀ ਨਹੀਂ ਹੁੰਦੀ, ਅਸੀਂ ਆਪਣਾ ਕੰਮ ਬਹੁਤ ਜ਼ਿੰਮੇਵਾਰੀ ਔਰ ਧਿਆਨ ਦੇ ਨਾਲ ਕਰਦੇ ਹਾਂ। ਸੋ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਵੀ ਕਹਾਂਗਾ ਕਿ ਤੁਸੀਂ ਸਾਵਧਾਨ ਵੀ ਰਿਹਾ ਕਰੋ। ਇਹਨਾਂ ਵੱਲੋਂ ਸਾਫ਼ ਸੁਥਰੀ ਜੀ ਗੱਲ ਹੈ ਵੀ ਜਦੋਂ ਤੁਸੀਂ ਫਾਈਲ ਲੈ ਕੇ ਆਉਂਦੇ ਆ, ਜੇ ਤੁਹਾਡਾ ਵੀਜ਼ਾ ਲੱਗਣ ਦਾ ਚਾਂਸ ਘੱਟ ਆ ਤੇ ਦੱਸ ਦਿੰਦੇ ਆ ਵੀ ਹਜੇ ਤੁਸੀਂ ਅਪਲਾਈ ਨਾ ਕਰੋ, ਤੁਸੀਂ ਜਿਹੜੇ ਡਾਕੂਮੈਂਟ ਨਹੀਂ ਹੈਗੇ ਇਹਨੂੰ ਪੂਰੇ ਕਰ ਲਓ। ਨਹੀਂ ਤਾਂ ਤੁਸੀਂ ਹੋਰ ਪਾਸੇ ਜਾਂਦੇ ਆ ਨਾ, ਤੁਹਾਨੂੰ ਪਹਿਲਾਂ ਹੀ ਖਾਬ ਦਿਖਾ ਦਿੱਤੇ ਜਾਂਦੇ ਆ, ਤੁਸੀਂ ਵੀਜ਼ਾ ਅਪਲਾਈ ਕੀਤਾ ਨਹੀਂ ਹੁੰਦਾ ਪਰ ਤੁਹਾਨੂੰ ਜਹਾਜ਼ ਦੇ ਵਿੱਚ ਬਿਠਾ ਦਿੰਦੇ ਆ ਤੇ ਤੁਹਾਡੇ ਕੋਲੋਂ ਪੈਸੇ ਲੈ ਜਾਂਦੇ ਆ, ਫਾਈਲਾਂ ਲੈ ਕੇ ਵੀਜ਼ੇ ਰਿਵਿਊ ਸਾਡੇ ਹੋਈ ਜਾਂਦੇ ਆ। ਫਿਰ ਤੁਸੀਂ ਸਹੀ ਜਗ੍ਹਾ ਤੇ ਤੁਸੀਂ ਆ ਜਾ ਕਰੋ, ਤੁਹਾਡੇ ਪੈਸੇ ਹੀ ਬਚਦੇ ਆ, ਤੁਹਾਡਾ ਟਾਈਮ ਵੀ ਬਚਦਾ। ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੈਗੀ, ਤੁਹਾਡੇ ਮਨ ਦਾ ਵੀ ਕੋਈ ਸਵਾਲ ਆ, ਤੁਸੀਂ ਸਾਡੀ ਸਕਰੀਨ ਤੇ ਨੰਬਰ ਆ ਰਿਹਾ, ਤੁਸੀਂ ਸਿੱਧਾ ਫੋਨ ਕਰ ਸਕਦੇ ਆ। ਕੈਨੇਡਾ ਦੇ ਵਿੱਚ ਜਿਹੜਾ ਬੰਦਾ ਉੱਥੇ, ਜਿਹੜਾ ਇੱਥੋਂ ਬੱਚਾ ਪੜ੍ਹਨ ਗਿਆ, ਸਟੱਡੀ ਪਰਮਿਟ ਤੇ ਹੈ, ਜਦੋਂ ਉਹਦੀ ਪੜ੍ਹਾਈ ਖਤਮ ਹੁੰਦੀ ਉਹ ਵਰਕ ਪਰਮਿਟ ਤੇ ਹੈ, ਉਸ ਤੋਂ ਬਾਅਦ ਉਹਦੀ PR ਹੋ ਜਾਂਦੀ ਹੈ ਜਾਂ ਉਹ ਸਿਟੀਜ਼ਨ ਹੋ ਜਾਂਦਾ ਹੈ। ਇਹ ਸਾਰੇ ਬੰਦੇ ਆਪਣੇ ਪੇਰੈਂਟਸ ਨੂੰ ਇਨਵਾਈਟ ਕਰਦੇ ਨੇ, ਉਹਨਾਂ ਦੇ ਵੀਜ਼ੇ ਲੱਗਦੇ ਨੇ ਔਰ ਕਾਫੀ ਅੱਛੀ ਪਰਸੈਂਟੇਜ ਦੇ ਵਿੱਚ ਸਕਸੈਸ ਰੇਟ ਹੈ, ਜਿਹੜਾ ਰੋਜ਼ ਬੱਚਿਆਂ ਦੇ, ਸਟੂਡੈਂਟਸ ਦੇ ਔਰ ਵਰਕਰਸ ਦੇ ਜਿਹੜੇ ਉੱਥੇ ਵਰਕ ਪਰਮਿਟ ਤੇ ਹੈ ਜਾਂ ਜਿਹੜੇ PR ਤੇ ਉਹਨਾਂ ਦੇ ਪੇਰੈਂਟਸ ਦੇ ਵੀਜ਼ੇ ਲੱਗ ਕੇ ਬੱਚੇ ਸਟੂਡੈਂਟ ਵੀਜ਼ਾ ਲਵਾ ਕੇ ਗਏ ਆ ਕੈਨੇਡਾ ਦੇ ਵਿੱਚ, ਉਹ ਕਿੰਨੇ ਟਾਈਮ ਬਾਅਦ ਆਪਣੇ ਪੇਰੈਂਟਸ ਨੂੰ ਬੁਲਾ ਸਕਦੇ ਆ? ਅਸੀਂ ਤਾਂ ਇੱਥੇ ਕੇਸ ਦੇਖੇ ਨੇ ਕਿ ਬੱਚੇ ਜਾਣ ਤੋਂ ਮਹੀਨੇ, 2 ਮਹੀਨੇ, 3 ਮਹੀਨੇ ਬਾਅਦ ਵੀ ਅਸੀਂ ਪੇਰੈਂਟਸ ਦਾ ਵੀਜ਼ਾ ਅਪਲਾਈ ਕੀਤਾ ਔਰ ਉਹਨਾਂ ਦਾ ਵੀਜ਼ਾ ਲੱਗਾ। ਇਹਦੇ ਟਾਈਮ ਲਿਮਿਟ ਦਾ ਕੋਈ ਚੱਕਰ ਨਹੀਂ। ਇਹਦੇ 'ਚ ਕੈਨੇਡਾ 'ਚ ਅਸੀਂ ਅੱਜ ਗੱਲ ਕਰ ਸੁਪਰ ਵੀਜ਼ੇ ਦੀ। ਜਿਹੜਾ ਬੱਚਾ ਉੱਥੇ ਪੱਕਾ ਹੈ, ਕੋਈ ਵੀ ਬੰਦਾ ਜਿਹੜਾ ਉੱਥੇ ਪੱਕਾ ਹੈ, ਜਿਹਦੇ ਕੋਲ PR ਹੈ, ਉਹ ਆਪਣੇ ਪੇਰੈਂਟਸ ਨੂੰ, ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ੇ ਤੇ ਬੁਲਾ ਸਕਦਾ ਹੈ। ਸੁਪਰ ਵੀਜ਼ੇ ਦੇ ਵਿੱਚ ਕੋਈ ਵੀ ਬੰਦਾ ਇੱਥੋਂ ਜਾਂਦਾ ਉਹ ਲਗਾਤਾਰ 2 ਸਾਲ ਰਹਿ ਸਕਦਾ ਹੈ। ਸੁਪਰ ਵੀਜ਼ੇ ਵਾਸਤੇ ਐਲੀਜੀਬਿਲਟੀ ਦਾ ਕ੍ਰਾਈਟੇਰੀਆ, ਯਾਨੀ ਕਿ ਉਹਦੇ ਲਈ ਮਤਲਬ ਯੋਗਤਾ ਕੀ ਹੋਣੀ ਚਾਹੀਦੀ ਹੈ। ਜਿਹੜਾ ਇਨਵਾਈਟ ਕਰਨ ਵਾਲਾ ਹੈ ਉਹਦੀ ਕਮਾਈ ਉਹਨਾਂ ਦੀ ਇੱਕ ਰਿਕੁਆਇਰਮੈਂਟ ਹੁੰਦੀ, ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਦੂਸਰਾ, ਉਹ ਆਪਣੇ ਪੇਰੈਂਟਸ ਜਿਨ੍ਹਾਂ ਦਾ ਸੁਪਰ ਵੀਜ਼ਾ ਲਵਾਉਣਾ ਚਾਹੁੰਦੇ ਨੇ ਉਹਨਾਂ ਦੀ 1 ਸਾਲ ਦੀ ਮੈਡੀਕਲ ਇੰਸ਼ੋਰੈਂਸ ਉੱਥੋਂ ਖਰੀਦ ਕੇ ਭੇਜਣਗੇ। ਇਹ 2 ਜ਼ਰੂਰੀ ਕਾਗਜ਼ ਹੈ ਜਿਹਦੇ ਬੇਸ ਤੇ ਉਹਨਾਂ ਦਾ ਸੁਪਰ ਵੀਜ਼ਾ ਅਪਲਾਈ ਹੁੰਦਾ। ਇਸ ਤੋਂ ਇਲਾਵਾ ਇੱਥੇ ਉਸ ਬੰਦੇ ਨੂੰ ਮਤਲਬ ਮੈਡੀਕਲ ਕਰਵਾਉਣਾ ਪਊਗਾ। ਇਹ 3 ਚੀਜ਼ਾਂ ਸੁਪਰ ਵੀਜ਼ੇ ਤੇ ਹੁੰਦੀਆਂ। ਸੁਪਰ ਵੀਜ਼ੇ ਦੇ ਵਿੱਚ ਯਾਨੀ ਕਿ ਇਹ ਮੌਜ ਹੁੰਦੀ ਹੈ ਕਿ ਪੇਰੈਂਟਸ ਗਏ, ਇੱਕ ਤਾਂ ਇਹਦੀ ਸਕਸੈਸ ਰੇਟ ਟੋਟਲ ਹੈ ਔਰ ਦੂਸਰਾ ਇਹਦੇ ਵਿੱਚ ਗਿਆ ਬੰਦਾ ਉੱਥੇ ਲਗਾਤਾਰ 2 ਸਾਲ ਰਹਿ ਸਕਦਾ ਹੈ। ਸੋ ਸੁਪਰ ਵੀਜ਼ਾ ਦਾ ਵੀ ਫਾਇਦਾ ਲੋਕੀ ਸਾਡੇ ਕੋਲ ਆ ਕੇ ਲੈ ਸਕਦੇ ਨੇ, ਅਸੀਂ ਉਹਨਾਂ ਦਾ ਵੀਜ਼ਾ ਲਗਵਾ ਕੇ ਦਿੰਦੇ ਹਾਂ ਔਰ ਲਗਵਾ ਕੇ ਦਾਂਗੇ। ਬਾਕੀ ਸਰ ਇਹਦਾ ਤੁਸੀਂ ਵਿਜ਼ਟਰ ਵੀਜ਼ਾ ਵੀ ਦੱਸਿਆ, ਵਰਕ ਪਰਮਿਟ ਬਾਰੇ ਵੀ ਦੱਸਤਾ, ਸੁਪਰ ਵੀਜ਼ਾ ਬਾਰੇ ਵੀ ਦੱਸਿਆ ਨਾ। ਸੋ ਮੈਨੂੰ ਇਹ ਵੀ ਦੱਸੋ ਵੀ USA ਲਈ ਵਿਜ਼ਟਰ ਵੀਜ਼ੇ ਲਈ ਕੀ ਚਾਹੀਦਾ ਹੈਗਾ? USA ਦਾ ਵਿਜ਼ਟਰ ਵੀਜ਼ੇ ਦਾ ਪ੍ਰੋਸੈਸ ਬਿਲਕੁਲ ਡਿਫਰੈਂਟ ਪ੍ਰੋਸੀਜਰ ਹੁੰਦਾ ਹੈ, ਕੈਨੇਡਾ ਵਾਂਗੂ ਨਹੀਂ ਹੁੰਦਾ। ਉੱਥੇ ਫਾਈਲ ਨਹੀਂ ਜਾਂਦੀ। ਉਹਦੇ ਵਿੱਚ ਸਭ ਤੋਂ ਪਹਿਲਾ ਕੰਮ ਹੁੰਦਾ ਕਿ ਅਸੀਂ ਐਪਲੀਕੇਸ਼ਨ ਭਰਨੀ ਹੈ। ਉਹਦੇ 'ਚ ਜਿਹੜੀ ਐਪਲੀਕੇਸ਼ਨ ਭਰੀ ਜਾਂਦੀ ਹੈ ਉਹ ਇੱਕ ਕਿਸਮ ਦਾ ਬੜਾ ਟੈਕਨੀਕਲ ਕੰਮ ਹੁੰਦਾ ਹੈ। ਉਹਦੇ 'ਚ ਐਰਰ ਦੀ ਗੁੰਜਾਇਸ਼ ਬਿਲਕੁਲ ਨਹੀਂ ਹੁੰਦੀ। ਐਰਰ ਮਤਲਬ ਗਲਤੀ ਦੀ ਗੁੰਜਾਇਸ਼ ਬਿਲਕੁਲ ਨਹੀਂ ਹੁੰਦੀ, ਨੰਬਰ 1। ਨੰਬਰ 2, ਉਹਦੇ 'ਚ 1-2 ਗੱਲਾਂ ਐਸੀਆਂ ਵੀ ਹੁੰਦੀਆਂ ਜਿਹੜੀਆਂ ਕਾਫੀ ਟੈਕਨੀਕਲ ਹੁੰਦੀਆਂ, ਜਿਹੜੀਆਂ ਤਜਰਬੇ ਤੋਂ ਬਿਨਾਂ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਉਹ ਕੀ ਮੰਗਦੇ ਨੇ। ਤਾਂ ਇਸ ਕਰਕੇ USA ਦੇ ਵੀਜ਼ੇ ਵਾਸਤੇ ਪਹਿਲਾ ਕੰਮ ਹੁੰਦਾ ਐਪਲੀਕੇਸ਼ਨ ਫਾਰਮ ਦਾ ਭਰਨਾ ਔਰ ਉਸ ਤੋਂ ਬਾਅਦ ਉਹਦੀ ਇੰਟਰਵਿਊ ਹੁੰਦੀ ਹੈ। ਪਹਿਲਾਂ 1 ਦਿਨ ਬਾਇਓਮੈਟ੍ਰਿਕਸ ਯਾਨੀ ਕਿ ਫਿੰਗਰਪ੍ਰਿੰਟ ਹੁੰਦੇ ਨੇ ਤੇ ਅਗਲੇ ਦਿਨ ਐਮਬੈਸੀ 'ਚ ਇੰਟਰਵਿਊ ਹੁੰਦੀ ਹੈ। ਇਹ 2 ਦਿਨ ਦਾ ਇੰਟਰਵਿਊ ਦਾ ਪ੍ਰੋਸੈਸ ਹੁੰਦਾ। ਮਤਲਬ ਪ੍ਰੋਸੈਸ ਇੱਦਾਂ ਹੁੰਦਾ ਕਿ ਸਭ ਤੋਂ ਪਹਿਲਾਂ ਕਲਾਇੰਟ ਆਇਆ, ਉਸਨੇ ਆ ਕੇ ਆਪਣੀ ਐਪਲੀਕੇਸ਼ਨ ਭਰਵਾਈ, ਉਸ ਤੋਂ ਬਾਅਦ ਉਹਨੇ ਐਮਬੈਸੀ ਦੀ ਵੀਜ਼ਾ ਫੀਸ ਭਰੀ, ਫਿਰ ਉਹਨੂੰ ਬਾਇਓਮੈਟ੍ਰਿਕਸ ਦੀ ਅਪਾਇੰਟਮੈਂਟ ਮਿਲੀ, ਉਹਨੂੰ ਐਮਬੈਸੀ ਦੀ ਅਪਾਇੰਟਮੈਂਟ ਮਿਲੀ, ਫਿਰ ਉਹ ਇੰਟਰਵਿਊ ਦੇਣ ਗਿਆ। ਜਦੋਂ ਉਹਨੇ ਇੰਟਰਵਿਊ ਦੇਣ ਜਾਣਾ ਆਪਣੇ ਡਾਕੂਮੈਂਟਸ ਜਿਹੜੇ ਰਿਕੁਆਇਰਡ ਆ ਉਹ ਨਾਲ ਲੈ ਕੇ ਜਾਂਦਾ। ਇਹ ਸਾਰੀਆਂ ਚੀਜ਼ਾਂ ਦੇ ਬਾਅਦ ਉਹਦਾ USA ਦਾ ਵੀਜ਼ਾ ਲੱਗਦਾ ਔਰ ਉਹਦੇ 'ਚ ਇੰਟਰਵਿਊ ਦੇ ਵਿੱਚ ਵੀ ਕੁਛ ਇੱਕ ਐਸੇ ਸਵਾਲ ਹੁੰਦੇ ਨੇ ਜਿਹਦੇ ਉਹਨੂੰ ਬੇਬਾਕੀ ਦੇ ਨਾਲ ਜਵਾਬ ਦੇਣੇ ਪੈਂਦੇ ਨੇ, ਜਿਸ ਤੋਂ ਬਾਅਦ ਐਮਬੈਸੀ ਡਿਸਾਈਡ ਕਰਦੀ ਹੈ ਵੀ ਇਹਨੂੰ ਵੀਜ਼ਾ ਦਿੱਤਾ ਜਾਏ ਜਾਂ ਨਾ ਦਿੱਤਾ ਜਾਏ। ਇਸ ਵੇਲੇ ਹਜੇ ਐਮਬੈਸੀ ਨੇ ਜਿਹੜੀਆਂ ਵਿਜ਼ਟਰ ਵੀਜ਼ੇ ਦੀਆਂ ਅਪਾਇੰਟਮੈਂਟਸ ਨਹੀਂ ਖੋਲ੍ਹੀਆਂ, ਉਮੀਦ ਕੀਤੀ ਜਾਂਦੀ ਕਿ ਸਤੰਬਰ ਤੋਂ ਖੁੱਲ੍ਹਣਗੇ। ਹਾਂ, ਉਹ ਬੰਦੇ ਜਿਨ੍ਹਾਂ ਦਾ ਆਲਰੇਡੀ USA ਦਾ ਅੱਜ ਤੋਂ 9-10 ਸਾਲ ਪਹਿਲਾਂ ਵੀਜ਼ਾ ਲੱਗਾ, ਉਹਨਾਂ ਦੇ ਵੀਜ਼ੇ ਦੀ ਐਕਸਟੈਂਸ਼ਨ ਪੈ ਜਾਂਦੀ ਹੈ ਔਰ ਉਹ ਡ੍ਰੌਪ ਬਾਕਸ ਉਹਨਾਂ ਦੀ ਫੈਸਿਲਿਟੀ ਹੈ। ਜਿੱਦਾਂ ਇੱਕ ਬੰਦੇ ਦਾ ਵੀਜ਼ਾ ਅੱਜ ਖਤਮ ਹੋਇਆ, ਉਹ ਸਾਡੇ ਕੋਲ ਆਇਆ, ਅਸੀਂ ਉਹਦਾ ਫਾਰਮ ਭਰਿਆ, ਉਹਨੂੰ ਅਪਾਇੰਟਮੈਂਟ ਲੈਤੀ, ਉਹ ਜਲੰਧਰ ਜਾਂ ਚੰਡੀਗੜ੍ਹ VFS ਦੇ ਆਫਿਸ ਜਾ ਕੇ ਆਪਣਾ ਪਾਸਪੋਰਟ ਡ੍ਰੌਪ ਕਰਕੇ ਆਉਂਦਾ ਔਰ ਡ੍ਰੌਪ ਕਰਨ ਤੋਂ ਬਾਅਦ ਉਹਦਾ 4-5-7 ਦਿਨਾਂ ਦੇ ਵਿੱਚ ਵੀਜ਼ਾ ਲੱਗ ਕੇ ਘਰ ਆ ਜਾਂਦਾ। ਸੋ ਅਮਰੀਕਾ ਲਈ
ਉਹ ਵਾਲੇ ਵੀਜ਼ੇ ਖੁੱਲੇ ਨੇ ਜਿਨ੍ਹਾਂ ਦੇ ਕੋਲ ਆਲਰੇਡੀ ਵੀਜ਼ਾ ਸੀਗਾ। ਹਾਂ, ਵਿਜ਼ਟਰ ਵੀਜ਼ਾ ਦੇ ਚਾਹਵਾਨ ਨੂੰ ਅਜੇ ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪਏਗਾ। ਜਿਵੇਂ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਸਟੱਡੀ ਵੀਜ਼ਾ ਪਹਿਲਾਂ ਲੱਗੇ ਸੀ, ਉੱਥੇ ਵੀ ਬਹੁਤ ਸਾਰੇ ਬੱਚੇ ਗਏ ਹੈਗੇ ਆ, ਸਟੂਡੈਂਟ ਵੀਜ਼ਾ ਉੱਥੇ ਲਗਾਏ ਗਏ ਸੀਗੇ। ਉਹ ਵੀ ਜੇ ਚਾਹੁਣ ਵੀ ਆਪਣੇ ਪੇਰੈਂਟਸ ਨੂੰ, ਆਪਣੇ ਭੈਣ ਭਰਾ ਨੂੰ ਜਾਂ ਆਪਣੇ ਗ੍ਰੈਂਡਫਾਦਰ ਨੂੰ ਮੰਗਵਾਉਣਾ ਚਾਹੁੰਦੇ ਆ, ਤੇ ਆਸਟ੍ਰੇਲੀਆ ਦਾ ਕੀ ਪ੍ਰੋਸੈਸ ਹੈਗਾ? ਆਸਟ੍ਰੇਲੀਆ ਦੇ ਵਿੱਚ ਜਿਹੜੇ ਸਟੂਡੈਂਟ ਉੱਥੇ ਗਏ ਨੇ ਉਹਨਾਂ ਦੇ ਪੇਰੈਂਟਸ ਦਾ ਵੀਜ਼ਾ ਬਿਲਕੁਲ ਔਰ ਬਹੁਤ ਅੱਛਾ ਸਕਸੈਸ ਰੇਟ ਹੈ। ਮੈਨੂੰ ਤਾਂ ਯਾਦ ਪੈਂਦਾ ਵੀ ਜਿੰਨੇ ਵੀ ਸਟੂਡੈਂਟ ਗਏ ਨੇ, ਜਦੋਂ ਉਹਨਾਂ ਦੇ ਪੇਰੈਂਟਸ ਦਾ ਵੀਜ਼ਾ ਅਸੀਂ ਅਪਲਾਈ ਕੀਤਾ, ਲਗਭਗ ਸਾਰਿਆਂ ਦਾ ਹੀ ਲੱਗਾ, ਕੋਈ ਇੱਦਾਂ ਦਾ ਹੋਇਆ ਹੀ ਨਹੀਂ ਵੀ ਨਾ ਲੱਗਾ। ਹਾਂ, ਜਿਹੜੇ ਉੱਥੇ ਪੱਕੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਦਾ, ਭੈਣ ਭਰਾ ਦਾ, ਸਾਰਿਆਂ ਦੇ ਵੀਜ਼ੇ ਉਹਨਾਂ ਦੇ ਵੀ ਲੱਗਦੇ ਨੇ। ਜਿਹੜੇ ਉੱਥੇ ਚਾਹੇ ਉਹ ਸਟੱਡੀ ਪਰਮਿਟ 'ਤੇ ਹੈ ਜਾਂ ਉਸ ਤੋਂ ਬਾਅਦ ਵਰਕ ਪਰਮਿਟ 'ਤੇ ਹੈ ਜਾਂ ਉੱਥੇ ਪੱਕੇ ਨੇ, ਉਹ ਆਪਣੇ ਰਿਸ਼ਤੇਦਾਰਾਂ ਦਾ ਵੀਜ਼ਾ ਤਾਂ ਅਪਲਾਈ ਕਰ ਸਕਦੇ ਨੇ। ਹਾਂ, ਵਿਜ਼ਟਰ ਵੀਜ਼ੇ ਦੀ ਉਹੀ ਕੰਡੀਸ਼ਨ ਹੈ, ਅਗਰ ਕਿਸੇ ਦੀ ਥੋੜ੍ਹੀ ਬਹੁਤੀ ਟਰੈਵਲ ਹਿਸਟਰੀ ਹੈਗੀ ਹੈ, ਅਗਰ ਉਹਦਾ ਇਨਕਮ ਚੰਗੀ ਹੈ, ਉਸ ਤੋਂ ਬਾਅਦ ਉਹਦਾ ਆਕੂਪੇਸ਼ਨ ਔਰ ਉਹਦੇ ਕੋਲ ਫੰਡ ਵਗੈਰਾ ਦੇ ਪੈਸੇ ਹੈਗੇ ਨੇ, ਤੇ ਉਹ ਬਿਲਕੁਲ ਉਹਨਾਂ ਦਾ ਸਕਸੈਸਫੁਲੀ ਵੀਜ਼ਾ ਲੱਗਦਾ ਔਰ ਲੋਕੀ ਫਟਾਫਟ ਵੀਜ਼ੇ ਲੈ ਰਹੇ ਨੇ ਔਰ ਲੱਗ। ਪੰਜਾਬ ਦੇ ਲੋਕ ਜ਼ਿਆਦਾਤਰ ਯੂਕੇ ਨੂੰ ਬੜਾ ਪਸੰਦ ਕਰਦੇ ਆ। ਇੱਕ ਤਾਂ ਨੇੜੇ ਹੈਗਾ, ਇੱਕ ਰਿਸ਼ਤੇਦਾਰੀਆਂ ਬਹੁਤ ਆ। ਯੂਕੇ ਵੀਜ਼ਾ ਪਲੱਸ ਯੂਰਪ, ਚਾਹੇ ਆਪਾਂ ਯੂਰਪ ਦੀ ਕਿਸੇ ਕੰਟਰੀ ਦੀ ਗੱਲ ਕਰ ਲਈਏ, ਤਾਂ ਇੱਥੇ ਇਹਨਾਂ ਕੰਟਰੀਆਂ ਦੇ ਵਿੱਚ ਕਿੱਦਾਂ ਈਜ਼ੀ ਮਿਲ ਜਾਂਦਾ ਜਾਂ ਔਖਾ, ਜਾਂ ਇਹ ਵੀ ਸਿਰਫ ਗੱਲ ਡਾਕੂਮੈਂਟੇਸ਼ਨ ਦੀ ਆ? ਯੂਕੇ ਦਾ ਵੀਜ਼ਾ ਲਗਾਉਣ ਲੱਗਿਆ ਵੀ ਡਾਕੂਮੈਂਟੇਸ਼ਨ ਦੀ ਲੋੜ ਹੁੰਦੀ ਹੈ, ਉੱਥੋਂ ਸਪਾਂਸਰਸ਼ਿਪ ਮੰਗਾਈ ਜਾਂਦੀ ਹੈ। ਸਪਾਂਸਰਸ਼ਿਪ ਮੰਗਾਉਣ ਤੋਂ ਬਾਅਦ ਇੱਥੇ ਉਹੀ 3 ਕਿਸਮ ਦੇ ਜਿਹੜੇ ਕਾਗਜ਼ ਹੈਗੇ ਨੇ ਉਹ ਨਾਲ ਲੱਗ ਕੇ ਬੱਚੇ ਦਾ ਵੀਜ਼ਾ ਜਾਂ ਕੈਂਡੀਡੇਟ ਦਾ ਵੀਜ਼ਾ ਅਪਲਾਈ ਕੀਤਾ ਜਾਂਦਾ ਔਰ ਬਿਲਕੁਲ ਵੀਜ਼ੇ ਲੱਗਦੇ ਨੇ। ਹਾਂ, ਯੂਰਪ ਲਈ ਥੋੜ੍ਹੀ ਜਿਹੀ ਐਡੀਸ਼ਨਲ ਰਿਕੁਆਇਰਮੈਂਟਸ ਹੈ, ਕਿਉਂਕਿ ਆਮ ਤੌਰ 'ਤੇ ਲੋਕਾਂ ਦੇ ਯੂਰਪ ਤੋਂ ਰਿਸ਼ਤੇਦਾਰ ਘੱਟ ਹੁੰਦੇ ਨੇ, ਘੁੰਮਣ ਫਿਰਨ ਵਾਲੇ ਜ਼ਿਆਦਾ ਹੁੰਦੇ ਨੇ, ਅਤੇ ਯੂਰਪ ਦੇ ਜਾਣ ਵਾਲੇ ਲੋਕਾਂ ਦਾ ਹੁੰਦਾ ਬਈ ਇਹ ਆਪਣਾ ਉੱਥੇ ਦੀ ਆਈਟੈਨਰੀ ਤਿਆਰ ਕਰਦੇ ਨੇ ਵੀ ਕਿੱਥੇ ਕਿੱਥੇ ਘੁੰਮਣਾ ਹੈ, ਕਿੰਨੇ ਦਿਨ ਔਰ ਕਿਹੜੀ ਜਗ੍ਹਾ 'ਤੇ ਠਹਿਰਨਾ ਹੈ, ਉਹਦਾ ਸਾਰਾ ਸਟੇ ਦਾ ਅਰੇਂਜਮੈਂਟ ਨਾਲ ਸ਼ੋ ਕਰਨਾ ਪੈਂਦਾ, ਨਾਲ ਉਹਨਾਂ ਨੂੰ ਮੈਡੀਕਲ ਇੰਸ਼ੋਰੈਂਸ ਖਰੀਦਣੀ ਪੈਂਦੀ ਹੈ। ਇਹ ਸਾਰੀਆਂ ਚੀਜ਼ਾਂ ਲੈ ਕੇ ਉਹਨਾਂ ਦਾ ਵੀਜ਼ਾ ਅਪਲਾਈ ਹੁੰਦਾ ਹੈ ਔਰ ਵੀਜ਼ਾ ਅਫਸਰ ਉਹਨਾਂ ਨੂੰ ਵੀਜ਼ਾ ਦਿੰਦਾ ਔਰ ਬਹੁਤ ਸਾਰੇ ਲੋਕ ਉਹਦਾ ਫਾਇਦਾ ਲੈ ਰਹੇ ਨੇ। ਕਿੰਨਾ ਕੁ ਪ੍ਰੋਸੈਸਿੰਗ ਟਾਈਮ ਹੁੰਦਾ, ਚਾਹੇ ਆਪਾਂ ਯੂਕੇ ਜਾਂ ਯੂਰਪ ਦੀ ਗੱਲ ਕਰ ਲਈਏ ਵੀਜ਼ਾ ਲਈ? ਇਹਨਾਂ ਦਾ ਪ੍ਰੋਸੈਸਿੰਗ ਟਾਈਮ ਕਾਫੀ ਫਾਸਟ ਹੁੰਦਾ, ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੈਂਦੇ। ਮੰਨ ਕੇ ਚੱਲੋ ਵੀ 2-3 ਹਫ਼ਤੇ ਦੇ ਅੰਦਰ ਆਮ ਤੌਰ 'ਤੇ ਰੂਟੀਨ ਵਿੱਚ ਦੇ ਹੀ ਦਿੰਦੇ ਨੇ ਵੀਜ਼ਾ। ਯੂਕੇ ਦੀ ਤਾਂ ਹੋਰ ਵੀ ਸਕੀਮ ਹੈਗੀ ਹੈ ਕਿ ਅਗਰ ਤੁਸੀਂ ਫਾਸਟ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੇ 2 ਸਟੇਜਿਸ ਐਕਸਟਰਾ ਪੇਮੈਂਟ ਕਰਕੇ, ਚਾਹੇ ਤੁਸੀਂ 7 ਦਿਨਾਂ 'ਚ ਪ੍ਰੋਸੈਸ ਕਰਾ ਲਓ ਜਾਂ ਹੋਰ ਜ਼ਿਆਦਾ ਐਕਸਟਰਾ ਪੇਮੈਂਟ ਕਰਕੇ ਤੁਸੀਂ 1 ਦਿਨ ਦੇ 2 ਦਿਨ ਦੇ ਵਿੱਚ ਪ੍ਰੋਸੈਸ ਕਰਵਾ ਲਓ। ਯੂਕੇ ਦਾ ਵੀਜ਼ਾ 2-3 ਦਿਨਾਂ ਵਿੱਚ ਵੀ ਲੱਗ ਜਾਂਦਾ। ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਆਪਸ਼ਨ ਹੈ ਕਿ ਤੁਸੀਂ ਐਕਸਟਰਾ ਪੇਮੈਂਟ ਕਰਕੇ ਐਕਸਪ੍ਰੈਸ ਦੇ ਵਿੱਚ ਵੀਜ਼ਾ ਲਗਵਾ ਸਕਦੇ ਹੋ। ਸਰ, ਇਹਦਾ ਤੁਸੀਂ ਦੱਸਿਆ ਨਾ ਵਿਜ਼ਟਰ ਵੀਜ਼ਾ ਦਾ, ਤੁਸੀਂ ਦੱਸਤਾ ਸੁਪਰ ਵੀਜ਼ਾ ਦੱਸਿਆ, ਓਪਨ ਵਰਕ ਪਰਮਿਟ ਦੀ ਬਹੁਤ ਅੱਜ ਕੱਲ੍ਹ ਡਿਮਾਂਡ ਆ ਰਹੀ ਹੈ, ਵੀ ਬਹੁਤ ਚੱਲ ਰਿਹਾ। ਓਪਨ ਵਰਕ ਪਰਮਿਟ ਵੀਜ਼ਾ ਦੇ ਲਈ ਕੌਣ ਐਲੀਜੀਬਲ ਹੈਗਾ, ਕੌਣ ਅਪਲਾਈ ਕਰ ਸਕਦਾ, ਕਿੰਨਾ ਪ੍ਰੋਸੈਸਿੰਗ ਟਾਈਮ ਹੈ, ਇਹਦਾ ਵੀ ਥੋੜਾ ਦੱਸ ਦਿਓ। ਖਾਸ ਤੌਰ 'ਤੇ ਕੈਨੇਡਾ ਦੀ ਗੱਲ ਕਰੀਏ ਤਾਂ ਆਪਾਂ ਕੈਨੇਡਾ ਦਾ ਨਾ ਓਪਨ ਵਰਕ ਵੀਜ਼ਾ ਇੱਕ ਉਹਨਾਂ ਦੀ ਹੈਗੀ ਹੈ ਵੀ ਜਿਹੜਾ ਸਟੂਡੈਂਟ ਉੱਥੇ ਪੜ੍ਹਦਾ ਉਹਦੇ ਸਪਾਊਸ ਦਾ, ਔਰ ਉਹ ਪੜ੍ਹਦੇ ਉਹਦਾ ਵਰਕ ਪਰਮਿਟ ਵਿੱਚ ਕਨਵਰਟ ਕਰ ਜਾਂਦਾ ਉਹਨਾਂ ਦਾ। ਉਹਦੇ ਵਿੱਚ ਰੀਸੈਂਟ ਟਾਈਮ ਦੇ ਵਿੱਚ ਪ੍ਰੋਸੈਸਿੰਗ ਟਾਈਮ ਜਿਹੜਾ ਪਿੱਛੇ ਕਾਫੀ ਜ਼ਿਆਦਾ ਖਰਾਬ ਸੀ, ਬਹੁਤ ਅੱਛਾ ਹੋ ਚੁੱਕਾ ਔਰ ਸਕਸੈਸ ਰੇਟ ਵੀ ਬਹੁਤ ਜ਼ਿਆਦਾ ਵਧੀਆ ਹੈ। ਹਰ ਉਹ ਕੈਂਡੀਡੇਟ ਦੀ ਅਸੀਂ ਰੀਸੈਂਟ ਟਾਈਮ ਵਿੱਚ ਦੇਖਿਆ, ਸਾਡੇ ਬਹੁਤ ਸਾਰੇ ਕੇਸਿਸ ਲੱਗੇ ਦੇ ਸੀਗੇ। ਸਾਰੇ ਬੱਚਿਆਂ ਦੇ ਜਿਨ੍ਹਾਂ ਦੀ ਪ੍ਰੋਫਾਈਲ ਠੀਕ ਹੈ ਔਰ ਜਿਨ੍ਹਾਂ ਦੀ ਸਪਾਊਸ ਦਾ ਉੱਥੇ ਪੜ੍ਹਾਈ ਕੰਟੀਨਿਊ ਕਰ ਰਹੀ ਹੈ ਜਾਂ ਉਹਦਾ ਵਰਕ ਪਰਮਿਟ ਵਿੱਚ ਕਨਵਰਟ ਹੋ ਗਿਆ, ਉਹਨਾਂ ਸਾਰਿਆਂ ਦੇ ਵੀਜ਼ੇ ਦਾ ਸਕਸੈਸ ਰੇਟ ਹੈ ਇਸ ਵੇਲੇ ਬਹੁਤ ਵਧੀਆ ਚੱਲ ਰਿਹਾ ਹੈ। ਔਰ ਮੈਂ ਸਾਰੇ ਉਹਨਾਂ ਕੈਂਡੀਡੇਟਸ ਨੂੰ ਜ਼ਰੂਰ ਕਹਾਂਗਾ ਵੀ ਉਹ ਛੇਤੀ ਤੋਂ ਛੇਤੀ ਆ ਕੇ ਆਪਣਾ ਵੀਜ਼ਾ ਅਪਲਾਈ ਕਰਾਉਣ ਅਤੇ ਜਿਹੜੀ ਇਸ ਵੇਲੇ ਪੋਜ਼ੀਟਿਵ ਵੇਵ ਚੱਲ ਰਹੀ ਹੈ ਦਾ ਬੈਨੀਫਿਟ ਲੈਣ। ਥੋੜਾ ਜਿਹਾ ਜਿਹੜੇ ਕੈਂਡੀਡੇਟਸ ਹੈਗੇ ਜਿਹਨੀ ਵੀਜ਼ਾ ਅਪਲਾਈ ਕਰਨਾ, ਉਹ ਕਾਫੀ ਕਨਫਿਊਜ਼ ਹੋਇਆ। ਅਸੀਂ ਲਾਸਟ ਟਾਈਮ ਵੀ ਗੱਲ ਕੀਤੀ ਸੀਗੀ, ਐਡਵਰਟਾਈਜ਼ਮੈਂਟ ਦੇਖਦੇ ਆ, ਹੋਰਡਿੰਗਸ ਦੇਖਦੇ ਆ, ਤੇ ਉਹ ਗੱਲਾਂ ਵਿੱਚ ਆ ਜਾਂਦੇ ਆ ਜਿਹੜੇ ਕਹਿੰਦੇ ਸਾਰੀ ਫੀਸ ਅਸੀਂ ਵੀਜ਼ਾ ਲੱਗਣ ਤੋਂ ਬਾਅਦ 'ਚ ਲੈਣੀ ਆ, ਚਾਹੇ ਵਿਜ਼ਟਰ ਵੀਜ਼ਾ ਚਾਹੇ ਕੋਈ ਵੀਜ਼ਾ ਹੈਗਾ, ਤੇ ਅਪਲਾਈ ਕਰਦੇ ਆ ਤੇ ਜਰਾ ਐਵਰੇਜ ਦੇ ਵਿੱਚ ਵੀਜ਼ਾ ਰਿਫਿਊਜ਼ ਵੀ ਹੋ ਜਾਂਦੇ ਆ, ਟਾਈਮ ਵੀ ਉਹਨਾਂ ਦਾ ਵੇਸਟ ਹੋ ਜਾਂਦਾ ਆ ਤੇ ਵੀਜ਼ਾ ਦਾ ਵੀ ਜਿਹੜਾ ਰਿਫਿਊਜ਼ ਹੋ ਗਿਆ ਜਾਂਦਾ। ਕਿੱਦਾਂ ਸੋਚਣ, ਕਿੱਦਾਂ ਚੂਜ਼ ਕਰਨ ਵੀ ਕਿਹੜੇ ਏਜੰਟ ਕੋਲ ਸਾਨੂੰ ਜਾਣਾ ਚਾਹੀਦਾ ਹੈਗਾ? ਮੈਂ ਤਾਂ ਇਹੀ ਕਹਾਂਗਾ ਵੀ ਤੁਸੀਂ ਇਹ ਤਾਂ ਜੱਜਮੈਂਟ ਤੁਹਾਡੀ ਪਰਸਨਲ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਦੀ ਰੈਫਰੈਂਸ ਲੈ ਸਕਦੇ ਹੋ। ਹਾਂ, ਜਿੱਦਾਂ ਕੋਈ ਬੰਦਾ ਕਿਸੇ ਤੁਸੀਂ ਏਜੰਟ ਕੋਲ ਜਾਂਦੇ ਹੋ ਅਤੇ ਇਹ ਦੇਖੋ ਵੀ ਜੇ ਤੁਹਾਡਾ ਕੋਈ ਜਾਣਕਾਰ ਉਸ ਏਜੰਟ ਦੇ ਗਿਆ ਦਾ, ਤੁਸੀਂ ਉਹਦੇ ਕੋਲੋਂ ਪੁੱਛ ਲਓ ਵੀ ਇਹਨਾਂ ਦੀ ਡੀਲਿੰਗ ਕਿੱਦਾਂ ਦੀ ਹੈ। ਉਹ ਜ਼ਿਆਦਾ ਵਧੀਆ ਤਰੀਕਾ ਹੁੰਦਾ ਬਜਾਏ ਮਸ਼ਹੂਰੀਆਂ ਦੇਖ ਕੇ ਭੱਜਣ ਨਾਲੋਂ। ਰੈਫਰੈਂਸ ਮੈਂ ਸਮਝਦਾ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਏਜੰਟ ਕੋਲ ਜਾਓ ਤਾਂ ਉਹ ਰੈਫਰੈਂਸ ਜ਼ਰੂਰ ਪਤਾ ਕਰ ਲਓ, ਕਿਉਂਕਿ ਉਹਨੇ ਪਹਿਲੇ ਬੰਦੇ ਨਾਲ ਕਿੱਦਾਂ ਡੀਲ ਕੀਤਾ ਹੈ, ਬੜੀ ਚੀਜ਼ ਇੰਪੋਰਟੈਂਟ ਹੁੰਦੀ ਹੈ।
ਹੁਣ ਮੰਨ ਲਓ ਪਹਿਲੇ ਕਲਾਇੰਟਾਂ ਨਾਲ ਮੈਂ ਠੀਕ ਨਹੀਂ ਡੀਲ ਕਰ ਰਿਹਾ, ਮੈਂ ਮਸ਼ਹੂਰੀਆਂ ਕਰਕੇ ਬੰਦੇ ਸੱਦ ਲਏ, ਉਹ ਬਿਹੇਵੀਅਰ ਤਾਂ ਮੇਰਾ ਉਹੀ ਰਹੇਗਾ ਨਾ। ਇਹਦੇ ਨਾਲੋਂ ਬੈਟਰ ਹੈ ਵੀ ਤੁਸੀਂ ਮੇਰੇ ਹੀ ਕਿਸੇ ਕਲਾਇੰਟ ਤੋਂ ਪੁੱਛ ਲਓ ਭਾਈ ਉਹ ਕਿੱਦਾਂ ਦਾ ਡੀਲ ਕਰਦੇ ਨੇ, ਤਾਂ ਜ਼ਿਆਦਾ ਵਧੀਆ ਤਰੀਕਾ ਹੈ। ਸੋ ਲੋਕ ਜੇਕਰ ਸਿਰਫ ਤੁਹਾਨੂੰ ਡਾਇਰੈਕਟ ਮਿਲਣਾ ਚਾਹੁੰਦੇ ਹੋ, ਕਹਿੰਦੇ ਵੀ ਅਸੀਂ ਫੋਨ ਤੇ ਗੱਲ ਕਰ ਲਿਆ, ਤੁਸੀਂ ਆਫਿਸ ਦੇ ਵਿੱਚ ਈਜ਼ੀ ਮਿਲ ਲੈਂਦੇ ਹੋ ਹਰੇਕ ਨੂੰ? ਹਾਂਜੀ, ਮੈਂ ਸਾਰਾ ਦਿਨ ਆਫਿਸ ਹੀ ਹੁੰਨਾ ਜੀ। ਮੇਰੇ ਖਿਆਲ ਹੈ 10 ਵਜੇ ਤੋਂ ਪਹਿਲਾਂ ਮੈਂ ਆਫਿਸ ਆ ਜਾਂਦਾ ਰੂਟੀਨ ਦੇ ਵਿੱਚ, ਔਰ 6:30 7 ਵਜੇ ਤੱਕ ਹੋਈਦਾ, ਤਾਂ ਹਰ ਵੇਲੇ ਅਵੇਲੇਬਲ ਹੋਈਦਾ, ਹਰ ਬੰਦੇ ਨੂੰ ਮਿਲੀਦਾ। ਕਦੇ ਵੀ ਸਾਡੇ 'ਤੇ ਇੱਦਾਂ ਦੀ ਸ਼ਿਕਾਇਤ ਨਹੀਂ, ਜਾਂ ਫੋਨ ਚੱਕਣ ਦੀ ਜਾਂ ਨਾ ਮਿਲਣ ਦੀ ਸ਼ਿਕਾਇਤ ਬਿਲਕੁਲ ਗੇਟਵੇ ਤੋਂ ਨਹੀਂ ਆ ਸਕਦੀ। ਸੋ ਲਓ ਜੀ, ਅੱਜ ਅਸੀਂ ਪਹੁੰਚੇ ਸੀਗੇ ਗੇਟਵੇ ਗਲੋਬਲ ਦੇ ਵਿੱਚ, ਜਿੱਥੇ ਸਾਨੂੰ ਵਿਜ਼ਟਰ ਵੀਜ਼ਾ ਦੀ, ਓਪਨ ਵਰਕ ਪਰਮਿਟ ਦੀ, ਤੇ ਨਾਲ ਅਸੀਂ ਤੁਹਾਨੂੰ ਸੁਪਰ ਵੀਜ਼ਾ ਬਾਰੇ ਦੱਸਿਆ। ਤੁਸੀਂ ਇੱਥੇ ਆ ਸਕਦੇ ਹੈਗੇ ਆ। ਤੁਸੀਂ ਜਿਹੜੇ ਜਾਲ 'ਚ ਫਸ ਜਾਂਦੇ ਆ ਵੀ ਅਸੀਂ ਫ੍ਰੀ ਵੀਜ਼ਾ ਲਵਾ ਕੇ ਦੇਵਾਂਗੇ, ਪੈਸੇ ਬਾਅਦ ਚ ਲਵਾਂਗੇ, ਤੁਹਾਡਾ ਟਾਈਮ ਖਰਾਬ ਹੁੰਦਾ। ਟਾਈਮ ਨਾ ਖਰਾਬ ਕਰਨ ਦੀ ਬਜਾਏ ਤੁਸੀਂ ਗੇਟਵੇ ਗਲੋਬਲ ਤੇ ਆਓ। ਸਕਰੀਨ ਤੇ ਨੰਬਰ ਹੈਗਾ। ਖਾਸ ਤੌਰ ਤੇ ਵੱਡੀ ਗੱਲ ਇਹ ਆ ਵੀ ਤੁਸੀਂ ਜਦੋਂ ਇੱਥੇ ਆਉਣਾ, ਤੁਹਾਨੂੰ ਸਿੱਧਾ ਡਾਇਰੈਕਟ ਸਰ ਹੁਣੀ ਮਿਲਦੇ ਨੇ, ਕੱਲੀ ਗੱਲ ਦੀ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ, ਤੇ ਜਿਹੜੀ ਫਾਈਲ ਨੂੰ ਇਹ ਫੜਦੇ ਹੈਗੇ ਤਾਂ ਵੀਜ਼ਾ ਵੀ ਉਹਦੇ ਵਿੱਚ ਬਹੁਤ ਜ਼ਿਆਦਾ ਚਾਂਸ ਹੁੰਦੇ ਉਹ ਅਪਰੂਵ ਹੋ ਕੇ ਆ ਜਾਂਦਾ ਹੈਗਾ। ਕੋਈ ਹੋਰ ਤੁਸੀਂ ਜਾਣਕਾਰੀ ਲੈਣੀ ਆ, ਸਾਡੀ ਸਕਰੀਨ ਤੇ ਨੰਬਰ ਆ ਰਿਹਾ, ਤੁਸੀਂ ਇੱਥੇ ਫੋਨ ਕਰ ਸਕਦੇ ਆ। ਕੈਮਰਾਮੈਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਲੁਧਿਆਣਾ।